ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੇ ਨਾਲ ਦਿਵਿਆਨੀ ਜੱਟ। ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਕਾਫੀ ਕੁਝ ਦੱਸਣ ਵਾਲੇ ਹਾਂ, ਇੰਪੋਰਟੈਂਟ ਗੱਲਾਂ, ਕਿਉਂਕਿ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ, ਅਪਡੇਟਸ ਭਾਲਦੇ ਨੇ ਕਿ ਕਿੱਥੇ ਕਿੱਥੇ ਕੀ ਅਪਡੇਟ ਚੱਲ ਰਹੀ ਹੈਗੀ ਹੈ। ਸੋ ਇਸ ਸ਼ੋਅ ਨੂੰ ਮਿਸ ਆਊਟ ਨਾ ਕਰਿਓ। ਤੁਹਾਡੇ ਲਈ ਕਾਫੀ ਕੁਝ ਇੰਪੋਰਟੈਂਟ ਸਟੱਫ, ਇੰਪੋਰਟੈਂਟ ਮਟੀਰੀਅਲ ਇਸ ਸ਼ੋਅ ਦੇ ਰਾਹੀਂ ਤੁਸੀਂ ਜਾਣ ਸਕਦੇ ਹੈਗੇ ਹੋ। ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਕਈ ਸਾਲਾਂ ਦਾ ਐਕਸਪੀਰੀਅੰਸ ਹੋਲਡ ਕਰ ਰਹੇ ਜਸਮੀਤ ਸਿੰਘ ਭਾਟੀਆ ਅੱਜ ਸਾਡੇ ਨਾਲ ਨੇ। ਆਓ ਫਿਰ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਜਸਮੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਕੈਨੇਡਾ ਨੂੰ ਲੈ ਕੇ ਸਾਨੂੰ ਰੀਸੈਂਟਲੀ ਕੋਈ ਅਪਡੇਟ ਆਈ ਹੈ ਜਾਂ ਫਿਰ ਰੀਸੈਂਟਲੀ ਕੋਈ ਨਵੀਂ ਚੀਜ਼ ਚੇਂਜ ਹੋਈ ਆ, ਉਹਦੇ ਬਾਰੇ ਦੱਸੋ। ਕੈਨੇਡਾ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਜਿਨ੍ਹਾਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਪੀਆਰ ਅਪਲਾਈ ਕੀਤੀ ਹੋਈ ਸੀ ਜੀ, ਨਾਰਮਲੀ ਉਹਦਾ ਜਿਹੜਾ CRS ਸਕੋਰ ਹੁੰਦਾ ਦੈਟ ਇਜ਼ ਆਲਵੇਜ਼ ਅਬਵ 350 ਜਾਂ 400। ਪਰ ਜਿੰਨੀਆਂ ਪੈਂਡਿੰਗ ਫਾਈਲ ਸੀ 27,332 ਪੈਂਡਿੰਗ ਫਾਈਲ ਸੀ। CRS ਸਕੋਰ ਫਾਲ ਬੈਕ ਟੂ 75 ਓਨਲੀ। ਔਰ ਜਿੰਨੀਆਂ ਪੈਂਡਿੰਗ ਫਾਈਲ ਸੀ ਉਹਨਾਂ ਸਾਰੀਆਂ ਫਾਈਲਾਂ ਨੂੰ PR ਦੇ ਦਿੱਤੀ ਗਈ, ਉਹਨਾਂ ਸਾਰੀਆਂ ਨੂੰ ITAs ਦੇ ਦਿੱਤੇ ਗਏ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ, ਕਿਉਂਕਿ ਇੰਨੀ ਸ਼ਾਰਟੇਜ ਸੀ ਇਮੀਗ੍ਰੇਸ਼ਨ ਦੀ, ਜਿਹੜੀ ਕਿ ਸਾਲਾਨਾ 6 ਲੱਖ ਬਾਹਰੋਂ ਲੋਕ ਜਾਂਦੇ ਆ ਕੈਨੇਡਾ ਵਿੱਚ। ਇਹਦੇ ਵਿੱਚ 4 ਲੱਖ ਸਟੂਡੈਂਟਸ ਹੁੰਦੇ ਆ ਔਰ 1.5 ਤੋਂ 2 ਲੱਖ ਇਮੀਗ੍ਰੈਂਟਸ ਹੁੰਦੇ ਆ। ਔਰ 2020 ਵਿੱਚ ਮੈਨੂੰ ਨਹੀਂ ਲੱਗਦਾ ਕਿ 60 ਤੋਂ 70 ਹਜ਼ਾਰ ਤੋਂ ਵੀ ज़्यादा वीज़ाज अप्रूव हो पाए। सो शॉर्टेज वॉज वेरी हाई, मतलब जिन्होंने कहते हैं कि पीक ते सी शॉर्टेज एंड दे वांट टू रन देयर इकोनॉमी। सो जिन्ने भी स्टूडेंट्स कैनेडा च सी उन्हां सारियां स्टूडेंट्स नू ITAs दे दिते गए। ITAs मतलब इनविटेशंस दे दिते गए टू सबमिट देयर डॉक्यूमेंट्स एंड गेट PR। ਵਾਓ। ਸੋ ਜਿੰਨੇ ਸਟੂਡੈਂਟਸ ਕੈਨੇਡਾ 'ਚ ਸੀ, ਹੁਣ ਮੈਂ ਉਹਨਾਂ ਨੂੰ ਵਾਸਤੇ ਥੋੜਾ ਜਿਹਾ ਵਿਸਤਾਰ 'ਚ ਦੱਸਣਾ ਚਾਹਾਂਗਾ। ਕਾਫੀ ਸਾਰੇ ਇਦਾਂ ਦੇ ਸਟੂਡੈਂਟਸ ਸੀ ਜਿਨ੍ਹਾਂ ਨੇ ਇਨਵੀਟੇਸ਼ਨਸ ਲਈ ਅਪਲਾਈ ਨਹੀਂ ਕੀਤਾ ਹੋਇਆ ਸੀ। ਅੱਛਾ। ਸਾਡੇ ਕੈਨੇਡਾ ਆਫਿਸ 'ਚ ਵੀ ਫੋਨ ਆਉਂਦੇ ਸੀ, ਸਾਡੇ ਇੰਡੀਆ ਆਫਿਸ 'ਚ ਵੀ ਫੋਨ ਆਉਂਦੇ ਸੀ, ਬਟ ਕਾਫੀ ਸਾਰੇ ਸਟੂਡੈਂਟ ਸੀ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਇੰਨਾ ਲੋ CRS ਸਕੋਰ ਚਲਾ ਜਾਏਗਾ, ਓਨਲੀ 75। ਐਂਡ ਸੋ ਬਹੁਤ ਸਾਰੇ ਸਟੂਡੈਂਟਸ ਨੇ PR ਅਪਲਾਈ ਨਹੀਂ ਕੀਤੀ ਹੋਈ ਸੀ ਕੈਨੇਡਾ ਦੀ। ਸੋ ਉਹਨਾਂ ਸਾਰੇ ਸਟੂਡੈਂਟਸ ਨੂੰ ਮੇਰੀ ਰਿਕੁਐਸਟ ਹੈ, ਫਸਟ ਆਫ ਆਲ ਤਾਂ ਤੁਸੀਂ ਆਪਣੀ IELTS ਕਰਕੇ ਇਨਵੀਟੇਸ਼ਨ ਲਈ ਆਪਣੀ ਫਾਈਲ ਲਗਾ ਦਿਓ ਤਾਂ ਕਿ ਤੁਹਾਨੂੰ ਵੀ ਇਨਵੀਟੇਸ਼ਨ ਆ ਸਕੇ। ਸੈਕੰਡਲੀ, ਜਿਹੜੇ ਸਟੂਡੈਂਟਸ ਇੱਥੋਂ ਜਾ ਰਹੇ ਆ ਉਹਨਾਂ ਨੂੰ ਵੀ ਮੇਰੀ ਇਹੀ ਐਡਵਾਈਸ ਹੈ ਕਿ ਇੰਨਾ ਪੋਜ਼ਿਟਿਵ ਹੈ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕਿ ਉਹ ਚਾਹੁੰਦਾ ਹੈ ਕਿ ਸਟੂਡੈਂਟ ਜਿਹੜੇ ਉੱਥੇ ਪੜ੍ਹਨ ਆਉਣ ਉਹਨਾਂ ਸਾਰਿਆਂ ਨੂੰ PR ਦਿੱਤੀ ਜਾਵੇ। ਸੋ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਕਾਲਜਿਸ ਨਾ ਚੇਂਜ ਕਰਿਆ ਕਰੋ, ਆਪਣੀ ਪੜ੍ਹਾਈ 'ਤੇ ਜ਼ਿਆਦਾ ਧਿਆਨ ਦਿਆ ਕਰੋ, ਕਿਉਂਕਿ ਜਿਹੜੀ ਤੁਸੀਂ ਐਜੂਕੇਸ਼ਨ ਕੈਨੇਡਾ ਜਾ ਕੇ ਗੇਨ ਕਰਦੇ ਹੋ ਉਸ ਐਜੂਕੇਸ਼ਨ 'ਤੇ ਤੁਹਾਨੂੰ ਪੁਆਇੰਟਸ ਮਿਲਦੇ ਨੇ। ਸੋ ਹਰ ਕੋਈ ਵੀ ਐਜੂਕੇਸ਼ਨ, ਸਰਟੀਫਿਕੇਟ, ਡਿਪਲੋਮਾ, ਡਿਗਰੀ, ਐਡਵਾਂਸ ਡਿਪਲੋਮਾ, ਪੋਸਟ ਗ੍ਰੈਜੂਏਟ ਡਿਪਲੋਮਾ, ਹਰ ਐਜੂਕੇਸ਼ਨ ਦੇ ਕੈਨੇਡਾ 'ਚ ਤੁਹਾਨੂੰ ਪੁਆਇੰਟਸ ਮਿਲਦੇ ਨੇ। ਸੋ ਪੁਆਇੰਟਸ ਮਿਲਦੇ ਆ ਦੈਟ ਵਿਲ ਕਾਊਂਟ ਟੂਵਰਡਸ ਯੋਰ CRS ਸਕੋਰਸ। ਪਰ CRS ਸਕੋਰ ਇੰਨਾ ਲੋ ਚਲਾ ਗਿਆ। ਸੋ ਸਟੂਡੈਂਟਸ, ਇਟ ਇਜ਼ ਰੀਅਲੀ ਦ ਰਾਈਟ ਟਾਈਮ ਟੂ ਅਪਲਾਈ ਫॉर ਕੈਨੇਡੀਅਨ ਸਟੂਡੈਂਟ ਵੀਜ਼ਾ। ਪਹਿਲਾਂ ਸਟੂਡੈਂਟਸ ਕੋਸ਼ਿਸ਼ ਕਰਦੇ ਸੀ ਕਿ ਮੈਂ ਮੈਨੀਟੋਬਾ ਚਲੇ ਜਾਵਾਂ, ਮੈਂ ਕਿਤੇ ਹੋਰ ਚਲੇ ਜਾਵਾਂ। ਸੋ ਉਸ ਚੀਜ਼ ਨੂੰ ਵੀ ਕੈਨੇਡਾ ਸਰਕਾਰ ਨੇ ਥੋੜ੍ਹਾ ਜਿਹਾ ਚੇਂਜ ਕਰਤਾ ਹੈ, ਕਿਉਂਕਿ ਹੁਣ ਜਿੰਨੀਆਂ ਵੀ ਫਾਈਲਾਂ ਪੈਂਡਿੰਗ ਸੀ ਉਹਨਾਂ ਸਾਰਿਆਂ ਨੂੰ PR ਦੇ ਦਿੱਤੀ ਗਈ। ਔਰ ਮੈਨੂੰ ਲੱਗਦਾ ਕਿ ਆਉਣ ਵਾਲੇ 2 ਤੋਂ 3 ਸਾਲ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕੈਨੇਡਾ ਪਹੁੰਚਣਗੇ ਉਹਨਾਂ ਵਾਸਤੇ ਬਹੁਤ ਸੌਖਾ ਹੋ ਜਾਏਗਾ PR ਲੈਣਾ। ਡੈਫੀਨੇਟਲੀ ਇੱਕ ਬਹੁਤ ਹੀ ਪੋਜ਼ਿਟਿਵ ਜੀ ਇਨਫੋਰਮੇਸ਼ਨ ਤੁਸੀਂ ਸਾਨੂੰ ਦਿੱਤੀ ਹੈ। ਜਿਹੜੇ ਸਟੂਡੈਂਟਸ ਹਲੇ ਵੀ ਵੇਟ ਕਰ ਰਹੇ ਨੇ ਕਿ ਆਪਾਂ ਬਾਹਰ ਜਾ ਕੇ ਪੜ੍ਹਨਾ ਹੈ, ਥੋੜ੍ਹੇ ਟਾਈਮ ਬਾਅਦ ਆਪਾਂ ਅਪਲਾਈ ਕਰ ਦਾਂਗੇ, ਆਪਣਾ ਗੈਪ ਨਾ ਵਧਾਓ। ਇਹੀ ਰਾਈਟ ਟਾਈਮ ਹੈਗਾ ਅਪਲਾਈ ਕਰਨ ਦਾ, ਇਹੀ ਰਾਈਟ ਟਾਈਮ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਇੱਥੇ ਆ ਕੇ ਵਿਜ਼ਿਟ ਕਰਨ ਦਾ, ਕਿਉਂਕਿ ਕਈ ਚੀਜ਼ਾਂ ਇੱਦਾਂ ਹੁੰਦੀਆਂ ਆਪਾਂ ਸ਼ੋਅ 'ਤੇ ਸੁਣ ਕੇ ਸਾਡੇ ਦਿਲ ਦੇ ਵਿੱਚ ਸਵਾਲ ਆਉਂਦੇ ਨੇ। ਸੋ ਇਹ ਸਵਾਲ ਕਲੀਅਰ ਕਰਨ ਦੇ ਲਈ ਤੁਹਾਡੇ TV ਸਕਰੀਨਸ ਦੇ ਉੱਪਰ ਦਿੱਤੇ ਗਏ ਨੰਬਰ ਜ਼ਰੂਰ ਨੋਟ ਕਰੋ। ਉਹਨਾਂ ਨੰਬਰਸ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਇਹਨਾਂ ਦੇ ਐਡਰੈਸਿਸ 'ਤੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ। ਪਰਸਨਲੀ ਇਹਨਾਂ ਦਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਗਾਈਡ ਕਰਦਾ, ਔਰ ਇੱਕ ਐਕਸਪੀਰੀਅੰਸ ਸਟਾਫ ਹੈਗਾ ਜਿਹੜੇ ਕਿ ਸਿੱਧੇ ਹੋਰ ਸਾਫ਼ ਸ਼ਬਦਾਂ ਵਿੱਚ ਤੁਹਾਨੂੰ ਕਲੀਅਰਲੀ ਦੱਸਦੇ ਨੇ ਕਿ ਕੀ ਸਿਨੈਰੀਓ ਹੈਗਾ, ਤੁਸੀਂ ਕਿੱਦਾਂ ਆਪਣੀ ਪ੍ਰੋਫਾਈਲ ਅਸੈਸ ਕਰਵਾ ਸਕਦੇ ਹੋ। ਸਰ ਇੱਕ ਗੱਲ ਦੱਸੋ, ਤੁਸੀਂ ਕਿਹਾ ਕਾਲਜ ਨਾ ਚੇਂਜ ਕਰਿਆ ਕਰੋ, ਇਹਦੇ ਪਿੱਛੇ ਕੋਈ ਖਾਸ ਰੀਜ਼ਨ? ਕਿਉਂਕਿ ਬੜੇ ਸਾਰੇ ਬੱਚੇ ਇੱਦਾਂ ਦੇ ਵੀ ਹੁੰਦੇ ਨੇ, ਉਹ ਇੱਥੋਂ ਜਾਂਦੇ ਨੇ, ਪਹਿਲਾਂ ਕਾਲਜ ਪ੍ਰਾਈਵੇਟ ਕਾਲਜ 'ਚ ਲੈ ਲੈਂਦੇ ਨੇ, ਫਿਰ ਸੋਚਦੇ ਨੇ ਸੈਕਿੰਡ ਈਅਰ 'ਚ ਜਾ ਕੇ ਆਪਾਂ ਗਵਰਨਮੈਂਟ ਕਾਲਜ 'ਚ ਸ਼ਿਫਟ ਕਰ ਲੈਂਦੇ ਹਾਂ। ਸੋ ਕੀ ਡਿਫਰੈਂਸ ਹੈਗਾ?
ਸੀ ਪਹਿਲੀ ਗੱਲ ਤਾਂ ਮੈਂ ਕਿਸੇ ਵੀ ਸਟੂਡੈਂਟ ਨੂੰ ਪ੍ਰਾਈਵੇਟ ਕਾਲਜ ਐਡਵਾਈਜ਼ ਹੀ ਨਹੀਂ ਕਰਦਾ। ਸੋ ਮੈਂ ਸਾਰੇ ਸਟੂਡੈਂਟਸ ਨੂੰ ਐਡਵਾਈਜ਼ ਕਰਦਾ ਕਿ ਤੁਸੀਂ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਲਓ। ਸੋ ਜੇ ਸਟੂਡੈਂਟ ਆਪੇ ਕਹਿੰਦਾ ਕਿ ਮੈਂ ਇਸ ਕਾਲਜ 'ਚ ਜਾਣਾ ਚਾਹਨਾ, ਦੈਨ ਓਨਲੀ ਵੀ ਗਾਈਡ ਦੈਟ ਆਪਸ਼ਨਸ ਟੂ ਦ ਸਟੂਡੈਂਟ। ਫਸਟ ਆਫ ਆਲ ਪ੍ਰਾਈਵੇਟ ਕਾਲਜ 'ਚ ਆਪਾਂ ਨੂੰ ਨਹੀਂ ਜਾਣਾ ਚਾਹੀਦਾ। ਸੈਕਿੰਡ ਆਫ ਆਲ ਮੈਂ ਗੱਲ ਕਰਾਂ ਕਿ ਜਦੋਂ ਸਟੂਡੈਂਟਸ ਕੁਝ ਸਰਕਾਰੀ ਕਾਲਜਸ 'ਚ ਵੀ ਜਾ ਕੇ ਆਪਣੇ ਕਾਲਜਸ ਚੇਂਜ ਕਰ ਲੈਂਦੇ ਆ, ਕਿਉਂਕਿ ਕਈ ਵਾਰੀ ਹੁੰਦਾ ਉਹਨਾਂ ਨੂੰ ਲੋਕੇਸ਼ਨ ਦਾ ਕਿ ਮੈਂ ਇਸ ਲੋਕੇਸ਼ਨ ਤੇ ਆ ਗਿਆ ਔਰ ਦੂਜੀ ਲੋਕੇਸ਼ਨ ਚੰਗੀ ਹੈ, ਮੈਂ ਉੱਥੇ ਜਾਣਾ ਚਾਹਨਾ, ਦੂਜੇ ਥਾਂ ਤੇ ਮੇਰੇ ਫਰੈਂਡਸ ਹੈ, ਮੈਂ ਉੱਥੇ ਮੂਵ ਆਊਟ ਕਰਨਾ ਚਾਹਨਾ। ਸੋ ਇਦਾਂ ਦੇ ਸਟੂਡੈਂਟਸ ਨੂੰ ਕੱਲ ਨੂੰ PR ਲੈਣ 'ਚ ਪ੍ਰੋਬਲਮ ਆ ਸਕਦੀ ਹੈ ਜਦੋਂ ਤੁਸੀਂ ਕੋਈ ਕਾਲਜ ਦੀ ਮੂਵਮੈਂਟ ਕਰਦੇ ਹੋ। ਔਰ ਨੋਰਮਲੀ ਦੇਖਣ ਨੂੰ ਇਦਾਂ ਮਿਲਦਾ ਜਦੋਂ ਅਸੀਂ ਕਾਲਜ ਚੇਂਜ ਕਰਦੇ ਹਾਂ ਤਾਂ ਅਸੀਂ ਐਜੂਕੇਸ਼ਨ ਵੀ ਚੰਗੀ ਤਰ੍ਹਾਂ ਨਹੀਂ ਕਰਦੇ। ਨੋਰਮਲੀ ਅਸੀਂ ਫਸਟ ਸਮੈਸਟਰ 'ਚ ਕਾਫੀ ਸਾਰੇ ਸਟੂਡੈਂਟ ਇਦਾਂ ਦੇ ਹੁੰਦੇ ਆ ਜਿਹੜੇ ਫੇਲ ਹੋ ਜਾਂਦੇ ਆ ਔਰ ਉਹਨਾਂ ਨੂੰ ਸੈਕੰਡ ਸਮੈਸਟਰ ਦੀ ਦੁਬਾਰਾ ਫੀਸ ਭਰਨੀ ਪੈਂਦੀ ਹੈ ਔਰ ਦੁਬਾਰਾ ਪੜ੍ਹਾਈ ਕਰਨੀ ਪੈਂਦੀ ਹੈ। ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜਾ ਮੋਟੋ ਹੈ ਆਪਣਾ ਕੈਨੇਡਾ ਜਾਣ ਦਾ, ਉਹ ਸੈਟਲਮੈਂਟ ਤਾਂ ਹੈਗਾ ਹੀ ਹੈ, ਪਰ ਉਹ ਸੈਟਲਮੈਂਟ ਤਾਂ ਹੋਏਗੀ ਜੇ ਤੁਸੀਂ ਸਟੱਡੀ ਵੀਜ਼ਾ ਦੇ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰੋਗੇ, ਤੁਸੀਂ ਅੱਛੀ ਪੜ੍ਹਾਈ ਕਰੋਗੇ, ਤੁਸੀਂ ਪਾਰਟ ਟਾਈਮ ਵਰਕ ਜਿੰਨਾ ਤੁਹਾਨੂੰ ਦੱਸਿਆ ਗਿਆ ਹੈ ਓਨਾ ਹੀ ਕਰੋਗੇ, ਐਂਡ ਤੁਸੀਂ ਪੜ੍ਹਾਈ 'ਚ ਚੰਗੇ ਨੰਬਰ ਲਓਗੇ ਤਾਂ ਅੱਛੀ ਜੌਬ ਮਿਲੇਗੀ। ਜਦੋਂ ਅੱਛੀ ਜੌਬ ਮਿਲੇਗੀ ਤਾਂ ਹੀ PR ਲੈਣੀ ਆਸਾਨ ਹੋਏਗੀ। ਸੋ ਬਟ ਫਿਰ ਵੀ ਇਸ ਟਾਈਮ ਤੇ ਇੰਨੀ ਆਸਾਨ ਹੋ ਗਈ PR ਲੈਣੀ, ਜਿਹੜੇ ਸਟੂਡੈਂਟਸ ਨੇ ਕੈਨੇਡਾ ਵਿੱਚ PR ਅਪਲਾਈ ਕੀਤੀ ਸੀ। ਹਿਸਟੋਰੀਕਲ ਚੇਂਜ ਹੈਗਾ ਕੈਨੇਡਾ ਦੇ PR ਰੂਲਸ 'ਚ। ਮੈਨੂੰ ਲੱਗਦਾ ਕਿ ਜਿਹੜੇ ਕੈਨੇਡਾ ਲਈ ਹੁਣ ਇੱਥੋਂ ਵੀ PR ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਸਾਰਿਆਂ ਵਾਸਤੇ ਵੀ PR ਲੈਣੀ ਕਿਤੇ ਨਾ ਕਿਤੇ ਆਸਾਨ ਹੋ ਜਾਏਗੀ। ਡੈਫੀਨੇਟਲੀ। ਤੇ ਇਹਨਾਂ ਦੇ ਨੰਬਰ ਨੋਟ ਕਰਨਾ ਨਾ ਭੁੱਲਿਓ, ਕਿਉਂਕਿ ਇਹ ਸ਼ੋਅ ਖਤਮ ਹੋਣ ਤੋਂ ਬਾਅਦ ਜਦ ਤੁਸੀਂ ਇਹਨਾਂ ਨਾਲ ਪਰਸਨਲੀ ਗੱਲਬਾਤ ਕਰਨੀ ਹੋਵੇ, ਇਹ ਨੰਬਰਸ ਤੇ ਤੁਸੀਂ ਕਰ ਸਕਦੇ ਹੈਗੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਆਪਣੇ ਆਪ ਦੇ ਵਿੱਚ ਇੱਕ ਇੰਨਾ ਵੱਡਾ ਬ੍ਰਾਂਡ ਬਣ ਚੁੱਕਿਆ ਹੈਗਾ। ਕਈ ਹਜ਼ਾਰਾਂ ਬੱਚੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੋਂ ਦੀ ਗਏ ਨੇ ਬਾਹਰ, ਆਪਣੀ ਲਾਈਫ ਬਣਾ ਚੁੱਕੇ ਨੇ, PR ਮਿਲ ਚੁੱਕੀ ਹੈਗੀ ਹੈ। ਬਟ ਜੇ ਤੁਸੀਂ ਹਲੇ ਵੀ ਸੋਚ ਰਹੇ ਹੋ ਕਿ ਆਪਾਂ ਵੇਟ ਕਰ ਲੈਂਦੇ ਹਾਂ ਥੋੜ੍ਹਾ ਜਿਹਾ ਟਾਈਮ ਹੋਰ, ਤਾਂ ਹੋ ਸਕਦਾ ਹੈ ਕਿ ਵੇਟ ਲੰਬੀ ਹੋ ਜਾਏ, ਕਿਉਂਕਿ ਹੁਣੇ ਬੈਨੀਫਿਟਸ ਤੁਹਾਨੂੰ ਜ਼ਿਆਦਾ ਹੈਗੇ ਨੇ। ਸਰ ਜੇ ਮੈਂ ਬੈਨੀਫਿਟਸ ਦੀ ਗੱਲ ਕਰਾਂ, ਜੇ ਕਿਸੇ ਬੱਚੇ ਦੀ ਲਾਈਕ ਸਪੋਜ਼ ਇੰਗਲਿਸ਼ ਅੱਛੀ ਹੈਗੀ ਆ ਆਲਰੇਡੀ, ਤੇ ਉਹਦੇ ਕੋਲ ਕੀ ਕੀ ਆਪਸ਼ਨਸ ਹੈਗੇ ਨੇ? ਸੀ ਫਸਟ ਆਫ ਆਲ ਤਾਂ ਜੇ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਅਸੀਂ ਗੱਲ ਕਰੀਏ ਤਾਂ +2 ਪਾਸ ਸਟੂਡੈਂਟ ਓਵਰਆਲ 6 ਬੈਂਡ ਦੇ ਨਾਲ ਡਿਪਲੋਮਾ ਕਰਨ ਜਾ ਸਕਦਾ ਹੈ, ਐਡਵਾਂਸ ਡਿਪਲੋਮਾ ਕਰਨ ਜਾ ਸਕਦਾ ਹੈ, ਬੈਚਲਰ ਡਿਗਰੀ ਕਰਨ ਜਾ ਸਕਦਾ ਹੈ। ਜੇ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਜਾ ਸਕਦੇ ਹੋ, ਤੁਸੀਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਕਰਨ ਜਾ ਸਕਦੇ ਹੋ, ਤੁਸੀਂ MBA ਕਰਨ ਜਾ ਸਕਦੇ ਹੋ ਔਰ ਤੁਸੀਂ ਮਾਸਟਰਸ ਕਰਨ ਜਾ ਸਕਦੇ ਹੋ। ਬਟ ਨਾਰਮਲੀ ਪੋਸਟ ਗ੍ਰੈਜੂਏਟ ਡਿਪਲੋਮਾਸ ਆਰ ਆਲਸੋ ਅਵੇਲੇਬਲ ਵਿਦ ਓਵਰਆਲ 6 ਬੈਂਡ, ਜਿਵੇਂ ਕਿ ਸੇਂਟ ਕਲੇਅਰ ਕਾਲਜ, ਸੂ ਕਾਲਜ ਔਰ ਕੁਝ ਆਪਸ਼ਨਸ ਹੋਰ ਵੀ ਹੈਗੀਆਂ ਜਿੱਥੇ ਤੁਸੀਂ ਓਵਰਆਲ 6 ਬੈਂਡ ਦੇ ਨਾਲ ਆਪਣਾ ਸਟੂਡੈਂਟ ਵੀਜ਼ਾ ਫॉर ਪੋਸਟ ਗ੍ਰੈਜੂਏਟ ਡਿਪਲੋਮਾ ਅਪਲਾਈ ਕਰ ਸਕਦੇ ਹੋ। ਨਾਰਮਲੀ MBA ਜਾਂ ਫਿਰ ਕੀ ਕਹਿੰਦੇ ਆ ਮਾਸਟਰਸ ਲਈ ਤੁਹਾਨੂੰ 6.5 ਬੈਂਡ, ਨੋ ਬੈਂਡ ਲੈਸ ਦੈਨ 6 ਚਾਹੀਦੇ ਨੇ। ਕੁਝ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ 7 ਈਚ ਵੀ ਹੈਗੀ ਹੈ। ਔਰ ਜੇ ਅਸੀਂ +2 ਦੀ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਓਵਰਆਲ 6 ਬੈਂਡ ਦੇ ਨਾਲ ਉਹ ਡਿਪਲੋਮਾ ਲਈ ਅਪਲਾਈ ਕਰ ਸਕਦੇ ਆ। ਬਟ ਜੇ ਬੈਚਲਰ ਡਿਗਰੀ ਲਈ ਅਪਲਾਈ ਕਰਨਾ ਹੋਏ ਤਾਂ 6.5 ਬੈਂਡ, ਨੋ ਬੈਂਡ ਲੈਸ ਦੈਨ 6 ਦੇ ਨਾਲ ਹੀ ਤੁਸੀਂ ਬੈਚਲਰ ਡਿਗਰੀ ਅਪਲਾਈ ਕਰ ਸਕਦੇ ਹੋ। ਬਟ ਜੇ ਬੈਂਡਸ ਘੱਟ ਹੈ ਤਾਂ ESL ਦੇ ਨਾਲ ਤੁਸੀਂ ਬੈਚਲਰ ਡਿਗਰੀ ਅਪਲਾਈ ਕਰ ਸਕਦੇ ਹੋ। ਸੋ ਸਟੂਡੈਂਟਸ ਇੰਗਲਿਸ਼ ਚੰਗੀ ਹੈ ਤਾਂ ਬਹੁਤ ਵਧੀਆ ਗੱਲ ਹੈ। ਜੇ ਸਪੋਜ਼ ਤੁਹਾਡੇ ਹਾਇਰ ਬੈਂਡਸ ਹੈ, 7 ਹੈ, 8 ਹੈ, ਸੋ ਕੱਲ੍ਹ ਨੂੰ ਉੱਥੇ ਤੁਹਾਨੂੰ ਜੌਬ ਮਿਲਣੀ ਆਸਾਨ ਹੋ ਜਾਏਗੀ, ਕੱਲ੍ਹ ਨੂੰ ਅੱਛੀ ਜੌਬ ਮਿਲ ਪਾਏਗੀ। ਜੇ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਚੰਗੀਆਂ, ਇੰਗਲਿਸ਼ ਚੰਗੀ ਹੈ ਤਾਂ ਤੁਹਾਡੀ ਜੌਬ ਮਿਲਣੀ ਕਾਫੀ ਆਸਾਨ ਹੋ ਜਾਏਗੀ। ਸੋ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਸਪੋਜ਼ ਤੁਹਾਡੀ ਐਕਟਿਵ ਹੋ, ਤੁਹਾਨੂੰ ਫਰੈਂਚ ਵੀ ਤੁਸੀਂ ਸਿੱਖ ਲਈ ਹੈ ਤਾਂ ਤੁਹਾਨੂੰ ਹੋਰ ਵੀ ਆਪਸ਼ਨਸ ਅੱਛੀਆਂ ਮਿਲ ਸਕਦੀਆਂ। ਸਪੋਜ਼ ਤੁਸੀਂ ਇੱਥੋਂ ਕੋਈ ਕੋਰਸ ਕੀਤਾ, ਸਪੋਜ਼ ਤੁਸੀਂ ਕਲਨਰੀ ਮੈਨੇਜਮੈਂਟ ਕਰਨ ਜਾ ਰਹੇ ਹੋ ਔਰ ਇੱਥੇ ਵੀ ਤੁਸੀਂ ਕੋਈ ਕੁਕਿੰਗ ਦਾ ਕੋਰਸ ਕੀਤਾ, ਸੋ ਉੱਥੇ ਜਾ ਕੇ ਵੀ ਅੱਛੀ ਜੌਬ ਮਿਲਣੀ ਆਸਾਨ ਹੋ ਜਾਏਗੀ। ਸੋ ਅੱਜ ਅਸੀਂ ਕੋਵਿਡ ਦੇ ਦੌਰਾਨ 'ਚ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਆ ਜਿਹੜੇ ਆਨਲਾਈਨ ਕਲਾਸਿਸ ਲਗਾ ਰਹੇ ਨੇ। ਸੋ ਜੇ ਤੁਸੀਂ ਆਨਲਾਈਨ ਕਲਾਸਿਸ ਲਗਾ ਰਹੇ ਹੋ ਉਹ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਹੈ। ਬਹੁਤ ਮੇਜਰ ਚੇਂਜ ਲਿਆ ਦਿੱਤਾ ਗਿਆ ਕੁਛ ਹੀ ਦਿਨਾਂ ਪਹਿਲਾਂ ਕਿ ਕੋਈ ਵੀ ਸਟੂਡੈਂਟ ਭਾਵੇਂ ਆਪਣੀ ਪੂਰੀ ਸਟੱਡੀਜ਼ ਆਨਲਾਈਨ ਇੰਡੀਆ 'ਚ ਰਹਿ ਕੇ ਕਰ ਲਏਗਾ ਤਾਂ ਵੀ ਉਹਨੂੰ ਪੂਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਏਗਾ। ਸੋ ਇਹ ਉਹਨਾਂ ਸਟੂਡੈਂਟਸ ਤੇ ਵੀ ਲਾਗੂ ਹੁੰਦਾ ਜਿਹੜੇ ਕੈਨੇਡਾ ਟਰੈਵਲ ਕਰ ਰਹੇ ਆ, ਕਿਉਂਕਿ ਉੱਥੇ ਵੀ ਆਨਲਾਈਨ ਸਟੱਡੀਜ਼ ਚੱਲ ਰਹੀਆਂ
ਔਰ ਉਹਨਾਂ ਸਟੂਡੈਂਟਸ ਤੇ ਵੀ ਲਾਗੂ ਹੁੰਦਾ ਜਿਹੜੇ ਇੱਥੇ ਰਹਿ ਕੇ ਵੀ ਆਪਣੀਆਂ ਆਨਲਾਈਨ ਸਟੱਡੀਜ਼ ਕਰ ਰਹੇ ਨੇ। ਸਪੋਜ਼ ਤੁਸੀਂ 1 ਸਾਲ ਦਾ ਕੋਰਸ ਸੀ ਔਰ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਸੀਂ ਲੈਣਾ ਚਾਹੁੰਦੇ ਹੋ, ਤਾਂ 1 ਸਾਲ ਦੇ ਕੋਰਸ ਤੋਂ ਜਦੋਂ ਤੁਹਾਡਾ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ 1 ਸਾਲ ਦਾ ਵਰਕ ਪਰਮਿਟ ਕੈਨੇਡਾ 'ਚ ਜਾ ਕੇ ਆਪਣਾ ਕਰ ਸਕਦੇ ਹੋ। ਸਪੋਜ਼ ਤੁਹਾਡਾ 2 ਸਾਲ ਦਾ ਕੋਰਸ ਸੀ ਔਰ ਤੁਸੀਂ 2 ਸਾਲ ਦੀ ਆਨਲਾਈਨ ਸਟੱਡੀਜ਼ ਇੰਡੀਆ 'ਚ ਹੀ ਖਤਮ ਕਰ ਲੈਂਦੇ ਹੋ 31 ਦਸੰਬਰ 2020 ਤੋਂ ਪਹਿਲਾਂ, ਤਾਂ ਤੁਸੀਂ 3 ਸਾਲ ਦਾ ਵਰਕ ਪਰਮਿਟ ਤੇ ਕੈਨੇਡਾ ਜਾ ਸਕਦੇ ਹੋ। ਸੋ ਮੈਨੂੰ ਲੱਗਦਾ ਹੈ ਕਿ ਇੰਨੇ ਜ਼ਿਆਦਾ ਚੇਂਜਸ, ਇੰਨੇ ਜ਼ਿਆਦਾ ਇੰਪਰੂਵਮੈਂਟਸ, ਇੰਨੀ ਜ਼ਿਆਦਾ ਹੈਲਪ ਸਟੂਡੈਂਟਸ ਨੂੰ ਕੋਈ ਵੀ ਕੰਟਰੀ ਅੱਜ ਦੀ ਡੇਟ 'ਚ ਨਹੀਂ ਪ੍ਰੋਵਾਈਡ ਕਰ ਰਿਹਾ। ਬਿਲਕੁਲ ਐਬਸੋਲੂਟਲੀ, ਬੜੀ ਚੰਗੀ ਗੱਲਾਂ ਹੋਰ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾ ਰਹੇ ਨੇ, ਹੋਰ ਖਾਸ ਤੁਹਾਡੇ ਲਈ ਅੱਜ ਆਪਣਾ ਟਾਈਮ ਕੱਢ ਕੇ ਆਏ ਨੇ। ਸੋ ਇਹਨਾਂ ਦੀ ਗੱਲਾਂ ਐਂਡ ਤੱਕ ਤੁਸੀਂ ਜ਼ਰੂਰ ਸੁਣਿਓ, ਕਿਉਂਕਿ ਯੂ ਨੈਵਰ ਨੋ ਕਿ ਕਿਹੜੀ ਗੱਲ ਜਾਂ ਕਿਹੜੀ ਇਨਫੋਰਮੇਸ਼ਨ ਤੁਹਾਡੇ ਫਾਇਦੇ ਦੀ ਹੈਗੀ ਆ। ਸਰ ਮਤਲਬ ਤੁਸੀਂ ਜਿੱਦਾਂ ਕਿ ਤੁਹਾਡੀ ਗੱਲਾਂ ਤੋਂ ਇਹ ਸਾਨੂੰ ਲੱਗਦਾ ਕਿ ਜਿੰਨਾ ਕੁ ਸਟੂਡੈਂਟ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਲੈ ਕੇ ਡੈਡੀਕੇਟਿਡ ਰਹੇਗਾ, ਉਹ ਤਾਂ ਹੀ ਫਾਇਦਾ ਚੱਕ ਸਕਦਾ ਹੈਗਾ ਹੈ। ਜੇ ਉਹ ਸੋਚੇ ਕਿ ਨਹੀਂ ਮੈਂ ਇੱਥੋਂ ਪੜ੍ਹਨ ਜਾ ਰਿਹਾ ਹੈਗਾ, ਉੱਥੇ ਜਾ ਕੇ ਮੈਂ ਸਟੱਡੀ ਛੱਡ ਦਾਂ ਹੋਰ ਮੈਂ ਸਿਰਫ ਜੌਬ ਕਰਨ ਲੱਗ ਜਾਵਾਂ, ਉਸ ਕੇਸ 'ਚ ਉਹਨੂੰ ਕੋਈ ਲਾਸ ਹੋਣ ਵਾਲਾ? ਉਸ ਕੇਸ 'ਚ ਉਹਨੂੰ ਉੱਥੋਂ ਉਹਦਾ ਸਟੇਟਸ ਇਲੀਗਲ ਹੋ ਜਾਏਗਾ ਜਦੋਂ ਉਹ ਸਟੱਡੀ ਛੱਡ ਦੇਗਾ। ਸੋ ਉਹਦਾ ਸਟੇਟਸ ਇਲੀਗਲ ਹੋ ਜਾਏਗਾ ਔਰ ਕਿਤੇ ਨਾ ਕਿਤੇ ਉਹਨੂੰ ਇੰਡੀਆ ਡਿਪੋਰਟ ਕਰ ਦਿੱਤਾ ਜਾਏਗਾ। ਸੋ ਕਾਫੀ ਸਾਰੇ ਸਟੂਡੈਂਟਸ ਇਦਾਂ ਦੀਆਂ ਗਲਤੀਆਂ ਵੀ ਕਰ ਬੈਠਦੇ ਆ, ਉੱਥੇ ਜਾ ਕੇ ਆਪਣੀ ਪੜ੍ਹਾਈ ਛੱਡਦੇ ਆ। ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ, ਰਾਦਰ ਦੈਨ ਲੀਵਿੰਗ ਯੋਰ ਸਟੱਡੀਜ਼, ਫਾਈਂਡ ਅ ਈਜ਼ੀ ਕੋਰਸ। ਸਪੋਜ਼ ਤੁਸੀਂ, ਕਾਫੀ ਸਾਰੇ ਸਟੂਡੈਂਟਸ ਮੈਨੂੰ ਕੈਨੇਡਾ 'ਚ ਵੀ ਮਿਲਦੇ ਆ ਜਦੋਂ ਮੈਂ ਟਰੈਵਲ ਕਰਦਾ। ਸੋ ਕਈ ਵਾਰੀ ਸਟੂਡੈਂਟ ਮੋਟਿਵ ਪਾਵਰ ਟੈਕਨੀਸ਼ੀਅਨ 'ਚ ਗਿਆ, ਸਿਵਲ ਇੰਜੀਨੀਅਰਿੰਗ 'ਚ ਗਿਆ, ਕੰਪਿਊਟਰ ਸਿਸਟਮ ਟੈਕਨੀਸ਼ੀਅਨ 'ਚ ਗਿਆ। ਇੱਥੋਂ ਸਾਨੂੰ ਸੁਣਨ ਨੂੰ ਬੜੇ ਚੰਗੇ ਲੱਗਦੇ ਆ ਕੋਰਸ, ਜਦੋਂ ਅਸੀਂ ਉੱਥੇ ਪੜ੍ਹਨਾ ਸ਼ੁਰੂ ਕਰਦੇ ਹਾਂ ਸਾਨੂੰ ਲੱਗਦਾ ਕਿ ਇਹ ਕੋਰਸ ਇਜ਼ ਨਾਟ ਮਾਈ ਕੱਪ ਆਫ ਟੀ, ਲਾਈਕ ਇਹ ਕੋਰਸ ਮੈਂ ਨਹੀਂ ਕਰ ਸਕਦਾ। ਸੋ ਸਟੂਡੈਂਟਸ ਉੱਥੇ, ਕਾਫੀ ਸਾਰੇ ਸਟੂਡੈਂਟਸ ਨੂੰ ਮੈਂ ਐਡਵਾਈਸ ਕੀਤੀ, ਸਪੋਜ਼ ਤੁਸੀਂ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਲਈ ਆਏ ਸੀ, ਟੇਕ ਐਨ ਈਜ਼ੀ ਕੋਰਸ, ਜਿਵੇਂ ਕਿ ਕੀ ਕਹਿੰਦੇ ਪ੍ਰੋਟੈਕਸ਼ਨ ਸਿਕਿਉਰਿਟੀ ਇਨਵੈਸਟੀਗੇਸ਼ਨ, ਕਲਨਰੀ ਮੈਨੇਜਮੈਂਟ, ਟੂਰਿਜ਼ਮ ਮੈਨੇਜਮੈਂਟ, ਐਡਵੈਂਚਰ ਟੂਰਿਜ਼ਮ। ਸੋ ਬਹੁਤ ਈਜ਼ੀ ਕੋਰਸਿਸ ਵੀ ਅਵੇਲੇਬਲ ਹੈਗੇ ਆ ਕੈਨੇਡਾ ਵਿੱਚ। ਸਪੋਜ਼ ਤੁਸੀਂ ਇੱਥੋਂ ਕੋਈ ਵੀ ਇਦਾਂ ਦਾ ਕੋਰਸ ਲੈ ਕੇ ਚਲੇ ਜਾਂਦੇ ਹੋ ਐਂਡ ਯੂ ਆਰ ਨਾਟ ਏਬਲ ਟੂ ਹੈਂਡਲ ਦ ਪ੍ਰੈਸ਼ਰ ਆਫ ਦ ਸਟੱਡੀ, ਐਂਡ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਈਜ਼ੀ ਕੋਰਸ ਲੈਣਾ ਚਾਹੀਦਾ ਹੈ, ਸੋ ਤੁਸੀਂ ਆਪਣੇ ਇੰਟਰਨੈਸ਼ਨਲ ਸਟੂਡੈਂਟ 'ਚ ਜਾਓ, ਉੱਥੇ ਕਾਉਂਸਲਰ ਨਾਲ ਗੱਲ ਕਰੋ ਕਾਲਜ ਦੇ, ਉਹ ਤੁਹਾਨੂੰ ਗਾਈਡ ਕਰਨਗੇ ਸੀ ਯੂ ਆਰ ਨਾਟ ਏਬਲ ਟੂ ਹੈਂਡਲ ਦਿਸ ਐਂਡ ਯੂ ਕੈਨ ਟੇਕ ਅਨਦਰ ਕੋਰਸ। ਸੋ ਇਦਾਂ ਦੇ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜਿਹੜੇ ਉਹ ਚੇਂਜਸ ਲਿਆਉਂਦੇ ਆ। ਕਈ ਵਾਰ ਪਹਿਲੇ ਸਮੈਸਟਰ 'ਚ ਜਦੋਂ ਉਹਨਾਂ ਨੂੰ ਔਖ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਨੈਕਸਟ ਸਮੈਸਟਰ ਤੋਂ ਸੈਕੰਡ ਕੋਰਸ ਲੈ ਲੈਂਦੇ ਆ। ਸੋ ਦੈਟ ਇਜ਼ ਐਨ ਈਜ਼ੀ ਆਪਸ਼ਨ ਕਿ ਸਟੂਡੈਂਟਸ ਆਪਣਾ ਕੋਰਸ ਚੇਂਜ ਕਰ ਸਕਦੇ ਆ। ਆਪਣੀ ਪੜ੍ਹਾਈ ਛੱਡ ਕੇ ਤੁਹਾਨੂੰ ਨੁਕਸਾਨ ਹੋਏਗਾ, ਸਟੂਡੈਂਟ ਵੀਜ਼ਾ ਤੇ ਗਏ ਹੋ, ਪੜ੍ਹਨਾ ਅਸੈਂਸ਼ੀਅਲ ਹੈ। ਜੇ ਆਪਣਾ ਪੜ੍ਹਾਈ ਛੱਡਤੀ, ਯੋਰ ਸਟੇਟਸ ਵਿਲ ਬੀ ਇਲੀਗਲ ਇਨ ਕੈਨੇਡਾ। ਰਾਈਟ। ਸੋ ਇਹ ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਣਾ। ਜੋ ਕੰਮ ਆਪਾਂ ਕਰਨ ਜਾ ਰਹੇ ਹਾਂ ਉਹਨੂੰ ਨਹੀਂ ਦਰਕਿਨਾਰ ਕਰਨਾ। ਆਪਾਂ ਡੈਡੀਕੇਟਿਡਲੀ ਆਪਣੀ ਜੇ ਲਾਈਫ ਬਣਾਉਣਾ ਚਾਹੁੰਦੇ ਹਾਂ ਤਾਂ ਇੱਥੇ ਆ ਕੇ ਆਪਣੀ ਪ੍ਰੋਫਾਈਲ ਐਕਸੈਸ ਕਰਵਾਓ। ਕੁਝ ਡੈਡੀਕੇਸ਼ਨ ਤੁਹਾਡੀ, ਕੁਝ ਡੈਡੀਕੇਸ਼ਨ ਇਹਨਾਂ ਦੀ, ਹੋਰ ਉਹ ਜਿਹੜਾ ਰਿਜ਼ਲਟ ਆਏਗਾ ਨਾ ਡੈਫੀਨੇਟਲੀ ਬਹੁਤ ਹੀ ਪੋਜ਼ਿਟਿਵ ਹੋਏਗਾ। ਸਰ ਹਾਊ ਮਚ ਮਨੀ ਡੂ ਵੀ ਨੀਡ ਜੇ ਆਪਾਂ ਕੈਨੇਡਾ ਦੇ ਵਿੱਚ ਪੜ੍ਹਨ ਦਾ ਸੋਚ ਰਹੇ ਹੈਗੇ ਹਾਂ? ਸਭ ਤੋਂ ਪਹਿਲਾ ਸਵਾਲ ਬੱਚਿਆਂ ਦਾ, ਉਹਨਾਂ ਦੇ ਪੇਰੈਂਟਸ ਦਾ ਇਹੀ ਹੁੰਦਾ ਆ, ਕਰੰਟਲੀ ਕੀ ਸਿਚੁਏਸ਼ਨ ਹੈ? ਸੋ ਸਟੂਡੈਂਟਸ, ਜਿਵੇਂ ਹੁਣ ਅਸੀਂ ਫੰਡਸ ਦੀ ਗੱਲ ਕਰ ਲੈਂਦੇ ਹਾਂ, ਪਹਿਲੀ ਗੱਲ ਤਾਂ ਇੱਥੇ ਵੀ ਇੱਕ ਕੀ ਕਹਿੰਦਾ ਆ ਕੁਐਸਚਨ ਉੱਠਦਾ ਹੈ। ਕਈ ਵਾਰੀ ਸਟੂਡੈਂਟ ਕੰਸਲਟੈਂਟ ਕੋਲ ਜਾਂਦਾ ਔਰ ਕੰਸਲਟੈਂਟ ਉਹਨੂੰ ਕਹਿੰਦਾ ਕਿ ਤੈਨੂੰ 15 ਲੱਖ ਸ਼ੋਅ ਕਰਨੇ ਪੈਣਗੇ। ਸੋ ਮੈਂ ਸਾਰੇ ਹੀ ਸਟੂਡੈਂਟਸ ਜਿਹੜੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਆ, ਮੈਂ ਉਹਨਾਂ ਨੂੰ ਦੱਸਦਾ ਕਿ ਕੋਈ ਵੀ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ ਕੈਨੇਡਾ ਸਟੂਡੈਂਟ ਵੀਜ਼ਾ 'ਚ। ਔਰ ਜੇ ਤੁਹਾਨੂੰ ਕੋਈ ਕੰਸਲਟੈਂਟ ਇਦਾਂ ਕਹਿੰਦਾ ਤਾਂ ਉਹ ਮਿਸਗਾਈਡ ਕਰ ਰਿਹਾ। ਓਕੇ। ਸੋ ਸਟੂਡੈਂਟਸ, ਮੈਂ ਸਾਰਿਆਂ ਨੂੰ ਐਡਵਾਈਸ ਕਰਾਂਗਾ ਕਿ ਫਸਟ ਆਫ ਆਲ ਤੁਸੀਂ ਆਪਣੀ ਬਜਟਿੰਗ ਕਰੋ ਕਿ ਤੁਸੀਂ ਕਿੰਨੀ ਸਾਲਾਨਾ ਫੀਸ ਦੇ ਸਕਦੇ ਹੋ, ਕਿਉਂਕਿ ਕੈਨੇਡਾ ਵਿੱਚ ਫਸਟ ਈਅਰ ਦੀ ਜਿਹੜੀ ਫੀਸ ਹੈਗੀ ਹੈ ਉਹ ਐਡਵਾਂਸ ਦੇਣੀ ਪੈਂਦੀ ਹੈ। ਸੋ ਪਹਿਲਾਂ ਦੇਣੀ ਪੈਂਦੀ ਹੈ ਸਾਨੂੰ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ। LOA ਫੀਸ ਰਿਸੀਪਟ, ਯਾਨੀ ਕਿ ਲੈਟਰ ਆਫ ਐਕਸੈਪਟੈਂਸ ਐਂਡ ਫੀ ਰਿਸੀਟ ਤੁਹਾਡੀ ਫਾਈਲ 'ਚ ਪਹਿਲਾਂ ਹੀ ਲੱਗਦੀ ਹੈ। ਔਰ ਉਸ ਤੋਂ ਇਲਾਵਾ ਤੁਹਾਨੂੰ GIC ਦਾ ਇੱਕ ਅਕਾਊਂਟ ਖੁਲਾਉਣਾ ਪੈਂਦਾ ਜਿਹਦੇ ਵਿੱਚ $10,200 ਡਿਪੋਜ਼ਿਟ ਹੁੰਦੇ ਆ। ਸੋ ਜਦੋਂ ਤੁਸੀਂ $10,200 ਡਿਪੋਜ਼ਿਟ ਕਰ ਦਿੰਦੇ ਹੋ ਤਾਂ ਤੁਹਾਡੇ ਲਿਵਿੰਗ ਕਾਸਟ ਕਵਰ ਹੋ ਜਾਂਦੀ ਹੈ। ਪਹਿਲਾਂ ਤੁਹਾਨੂੰ $2,000 ਮਿਲਦੇ ਆ ਔਰ ਫਿਰ ਬਾਅਦ 'ਚ $1,000 ਤੁਸੀਂ ਨੈਕਸਟ 8 ਮੰਥਸ 'ਚ ਵਿਡਰੋ ਕਰ ਸਕਦੇ ਹੋ। ਸੋ ਫੀਸ ਦੀ ਅਸੀਂ ਗੱਲ ਕਰੀਏ ਤਾਂ 5 ਲੱਖ ਤੋਂ ਲੈ ਕੇ 10 ਲੱਖ ਤੱਕ ਕਾਲਜ ਦੀ ਫੀਸ ਵੇਰੀ ਕਰਦੀ ਹੈ। ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ, ਕਿਹੜੇ ਸਿਟੀ 'ਚ ਜਾ ਰਹੇ ਹੋ ਔਰ ਕਿਹੜਾ ਕੋਰਸ ਲਿਆ, ਉਹਨਾਂ ਚੀਜ਼ਾਂ ਤੇ ਡਿਪੈਂਡ ਕਰਦੇ ਆ। ਸੋ ਜੇ ਅਸੀਂ ਮੋਟਾ ਫੜੀਏ ਤਾਂ 10 ਲੱਖ ਰੁਪਏ ਤੋਂ ਲੈ ਕੇ ਖਰਚਾ ਆਪਣਾ
15 ਲੱਖ ਤੱਕ ਜਾ ਸਕਦਾ ਹੈ ਕੈਨੇਡਾ ਸਟੂਡੈਂਟ ਵੀਜ਼ਾ ਦਾ। ਸੋ ਡਿਪੈਂਡਸ ਕਿ ਤੁਸੀਂ ਕਿਹੜੀ ਸਿਟੀ 'ਚ ਜਾ ਰਹੇ ਹੋ। ਸੋ ਜਦੋਂ ਅਸੀਂ ਪੂਰੇ ਸਾਲ ਦੀ ਫੀਸ ਦੇਤੀ ਹੈ ਔਰ ਤੁਸੀਂ ਲਿਵਿੰਗ ਕਾਸਟ ਭਰਤੀ ਹੈ, ਇਸ ਤੋਂ ਇਲਾਵਾ ਤੁਸੀਂ ਆਪਣੇ ਪੇਰੈਂਟਸ ਦੀਆਂ ਐਕਚੁਅਲ ਬੈਂਕ ਸਟੇਟਮੈਂਟਸ ਲਾਣੀਆਂ। ਉਹਦੇ 'ਚ ਜੇ ਜੈਨੂਇਨ ਫੰਡਸ ਜੇ ਜ਼ਿਆਦਾ ਹੈ ਤਾਂ ਬਹੁਤ ਅੱਛਾ ਹੈ, ਜੇ ਘੱਟ ਹੈ ਤਾਂ ਵੀ ਕੋਈ ਬੁਰਾ ਨਹੀਂ ਹੈਗਾ। ਸੋ ਜੈਨੂਇਨ ਬੈਂਕ ਸਟੇਟਮੈਂਟਸ ਲਾਣੀਆਂ, ਇਨਕਮ ਟੈਕਸ ਰਿਟਰਨਸ ਲਾਣੀਆਂ, ਔਰ ਜੇ ਕੋਈ ਸੇਵਿੰਗ ਹੈਗੀ ਹੈ PPF ਕੋਈ ਹੋਰ ਕੋਈ ਸੇਵਿੰਗ ਹੈਗੀ ਹੈ ਤੁਸੀਂ ਆਪਣੀ ਫਾਈਲ 'ਚ ਪੁੱਟ ਅਪ ਕਰ ਸਕਦੇ ਹੋ। ਸੋ ਫੰਡਸ ਨਹੀਂ ਦਿਖਾਉਣ ਦੀ ਲੋੜ ਹੈਗੀ, ਕੋਈ ਵੀ ਪੁਰਾਣੇ ਫੰਡਸ ਦੀ ਲੋੜ ਨਹੀਂ ਹੈਗੀ, ਆਪਾਂ ਨੂੰ ਕਿਸੇ ਵੀ ਕੰਸਲਟੈਂਟ ਦੇ ਕਹਿਣ ਤੇ ਫੰਡ ਸ਼ੋ ਕਰਨ ਦੀ ਨਹੀਂ ਲੋੜ ਹੈਗੀ। ਇਸ ਤੋਂ ਇਲਾਵਾ ਵੀ ਮੈਂ ਸਟੂਡੈਂਟਸ ਨੂੰ ਗਾਈਡ ਕਰਾਂਗਾ ਕਿ ਐਕਸਪੀਰੀਅੰਸ ਲੈਟਰਸ ਵੀ ਤੁਸੀਂ ਨਾ ਬਣਵਾਇਆ ਕਰੋ, ਜੈਨੂਇਨ ਡਾਕੂਮੈਂਟਸ ਦੇ ਨਾਲ ਹੀ ਆਪਣੀ ਫਾਈਲ ਪੁੱਟ ਅਪ ਕਰਿਆ ਕਰੋ। ਡੈਫੀਨੇਟਲੀ। ਔਰ ਦੇਖੋ ਇਹ ਉਹ ਗੱਲਾਂ ਤੁਹਾਨੂੰ ਦੱਸਦੇ ਪਏ ਨੇ ਜਿਹੜੀ ਕਿ ਤੁਹਾਡੇ ਲਈ ਬਹੁਤ ਹੀ ਫਾਇਦੇ ਵਾਲੀ ਰਹਿਣ ਵਾਲੀਆਂ। ਜੇ ਤੁਸੀਂ ਐਕਸਪਰਟ ਕੋਲ ਆ ਕੇ ਰਾਏ ਲਓਗੇ ਨਾ ਤੇ ਤੁਹਾਨੂੰ ਪਤਾ ਚੱਲੇਗਾ ਡਿਫਰੈਂਸ ਕੀ ਹੈਗਾ ਹੈ, ਕਿਉਂਕਿ ਇਹ ਆਲਵੇਜ਼ ਕਹਿੰਦੇ ਨੇ ਕਿ ਜਿੱਥੋਂ ਵੀ ਕਿੱਥੇ ਤੁਹਾਨੂੰ ਰਿਫਿਊਜ਼ਲ ਵੀ ਮਿਲਿਆ ਹੋਇਆ ਤੁਸੀਂ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਕਰੋ, ਦੈਨ ਯੂ ਵਿਲ ਗੋਟ ਟੂ ਨੋ ਕਿ ਕੀ ਡਾਕੂਮੈਂਟੇਸ਼ਨ ਸਹੀ ਤਰੀਕੇ ਨਾਲ ਪ੍ਰੋਸੈਸ ਹੁੰਦੀ ਹੈ, ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਨਾ ਕੀ ਹੁੰਦਾ ਹੈ। ਲੈਂਡਮਾਰਕ ਇਮੀਗ੍ਰੇਸ਼ਨ ਇੱਥੇ ਤੁਹਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਸਮਝਾਉਂਦਾ ਹੈਗਾ। ਔਰ ਜਿੱਦਾਂ ਕਿ ਆਪਾਂ ਤੁਹਾਨੂੰ ਫੰਡਸ ਨੂੰ ਲੈ ਕੇ ਵੀ ਗਾਈਡ ਕੀਤਾ, ਜੇ ਤੁਸੀਂ ਡੀਟੇਲਡ ਵਰਜ਼ਨ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਨੰਬਰ ਤੁਹਾਡੇ TV ਸਕਰੀਨਸ ਤੇ ਹੈਗੇ ਨੇ ਤੇ ਐਡਰੈਸ ਵੀ TV ਸਕਰੀਨ ਤੇ ਹੈਗਾ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਸਰ ਬਹੁਤ ਸਾਰੇ ਇਦਾਂ ਦੇ ਬ੍ਰਿਲੀਅੰਟ ਸਟੂਡੈਂਟਸ ਹੈਗੇ ਨੇ ਜਿਹੜੇ ਕਿ ਸੋਚਦੇ ਨੇ ਕਿ ਮੈਂ ਸਕਾਲਰਸ਼ਿਪ ਹਾਸਲ ਕਰ ਸਕਦਾ ਹੈਗਾ ਆ, ਸੋ ਉਹਨਾਂ ਦੇ ਲਈ ਕੋਈ ਸਕਾਲਰਸ਼ਿਪ ਪਲਾਨਸ ਵੀ ਹੈਗੇ ਨੇ? ਬਿਲਕੁਲ। ਸੋ ਸਟੂਡੈਂਟਸ ਜਿਨ੍ਹਾਂ ਦੀ ਪਰਸੈਂਟੇਜ ਹਾਈ ਹੈਗੀ ਹੈ, ਓਬਵੀਅਸਲੀ ਜਿਨ੍ਹਾਂ ਦੀ ਪਰਸੈਂਟੇਜ 85% ਤੋਂ ਉੱਤੇ ਹੈਗੀ ਹੈ, ਤਾਂ ਸਕਾਲਰਸ਼ਿਪ ਰੇਂਜਸ ਬਿਟਵੀਨ $5,000 to $15,000। ਸੋ ਕਾਫੀ ਸਾਰੀਆਂ ਯੂਨੀਵਰਸਿਟੀਆਂ ਇਦਾਂ ਦੀਆਂ ਜਿਹੜੀਆਂ $15,000 ਦੀ ਸਕਾਲਰਸ਼ਿਪ ਸਾਲਾਨਾ ਦੇ ਰਹੀ ਹੈ। ਉਹਨਾਂ ਚੋਂ ਐਗਜ਼ਾਮਪਲ ਦਵਾਂਗਾ ਤਾਂ ਲਾਰੈਂਸ਼ੀਅਨ ਯੂਨੀਵਰਸਿਟੀ $15,000 ਦੀ ਸਕਾਲਰਸ਼ਿਪ ਦੀ ਦੇ ਰਹੀ ਹੈ, ਯਾਨੀ ਕਿ 8 ਤੋਂ 9 ਲੱਖ ਦੀ ਸਾਲਾਨਾ ਸਕਾਲਰਸ਼ਿਪ। ਜੇ ਅਸੀਂ ਯੂਨੀਵਰਸਿਟੀ ਕੈਨੇਡਾ ਵੈਸਟ ਦੀ ਗੱਲ ਕਰੀਏ ਤਾਂ $5,000 ਤੋਂ $20,000 ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਅਲਗੋਮਾ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਅਪ ਟੂ $5,000 ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਦੀ ਗੱਲ ਕਰੀਏ ਤਾਂ ਅਪ ਟੂ $10,000 ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਸੋ ਸਕਾਲਰਸ਼ਿਪਸ ਯੂਨੀਵਰਸਿਟੀਜ਼ ਹੀ ਜ਼ਿਆਦਾ ਆਫਰ ਕਰਦੀਆਂ, ਨਾਰਮਲੀ ਕਾਲਜਸ ਨਹੀਂ ਆਫਰ ਕਰਦੇ, ਬਟ ਨਾਰਥ ਆਈਲੈਂਡ ਕਾਲਜ ਸਕਾਲਰਸ਼ਿਪ ਦਿੰਦਾ। ਜੇ ਤੁਹਾਡੇ 7.5 ਬੈਂਡ ਹੈ ਤਾਂ $1,500, ਜੇ ਤੁਹਾਡੇ 7 ਬੈਂਡ ਹੈ ਤਾਂ $1,000, ਜੇ 6.5 ਬੈਂਡ ਹੈ ਤਾਂ $500। ਸੋ ਨਾਰਥ ਆਈਲੈਂਡ ਕਾਲਜ ਤੁਹਾਨੂੰ ਸਕਾਲਰਸ਼ਿਪ ਆਫਰ ਕਰ ਰਿਹਾ ਆਈਲੈਟਸ ਦੇ ਬੈਂਡਸ ਦੇ ਬੇਸਿਸ ਤੇ। ਇਸ ਤੋਂ ਇਲਾਵਾ ਤ੍ਰਿਬੈਸ ਕਾਲਜ ਤੁਹਾਨੂੰ $2,000 ਦੀ ਸਕਾਲਰਸ਼ਿਪ ਦੇ ਰਿਹਾ ਹੈ। Fees is $14,000 and right now Tribas College is giving you $2,000। क्यूबैक मॉन्ट्रियल च त्रिबैस कॉलेज और क्यूबैक ਦੇ ਵੀ ਵੀਜ਼ਾ ਆਣੇ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਚੁੱਕੇ ਨੇ। ਮੈਂ ਕਿਊਬੈਕ ਦੀ ਹੀ ਗੱਲ ਕਰਨ ਵਾਲੀ ਸੀਗੀ, ਜਿੱਦਾਂ ਕਿ ਦੱਸਿਆ ਕਿ ਯੂਨੀਵਰਸਿਟੀਜ਼ ਦੇ ਵਿੱਚ ਸਾਨੂੰ ਐਡਮਿਸ਼ਨ ਲੈਣੀ ਚਾਹੀਦੀ ਹੈਗੀ ਹੈ। ਸੋ ਕਿਊਬੈਕ ਦੇ ਵਿੱਚ ਕਾਫੀ ਫਾਇਦੇ ਹੈਗੇ ਨੇ, ਲਾਸਟ ਟਾਈਮ ਵੀ ਸ਼ੋਅ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਸੀਗਾ, ਲੇਕਿਨ ਉੱਥੇ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਹੈਗੀਆਂ ਸੀਟਸ ਵਗੈਰਾ? क्यूबैक च नॉर्मली स्टूडेंट्स गोज फॉर डिप्लोमा ओनली। सी राइट नाउ जे ਅਸੀਂ ਕਾਲਜਸ ਦੀ ਗੱਲ ਕਰੀਏ, ਕਾਫੀ ਆਡਿਟ ਚੱਲ ਰਿਹਾ ਸੀ ਕਿਊਬੈਕ ਦੇ ਕਾਲਜਸ ਉੱਤੇ, ਪਾਸਪੋਰਟ ਰਿਕੁਐਸਟ ਵੀ ਨਹੀਂ ਆ ਰਹੀਆਂ ਸੀ ਕਾਫੀ ਸਾਰੇ ਕਾਲਜਸ ਦੀਆਂ, ਔਰ ਵੀਜ਼ਾ ਵੀ ਸਟੈਂਪ ਨਹੀਂ ਹੋ ਕੇ ਆ ਰਹੇ ਸੀ। ਰਾਈਟ। ਸੋ ਬਟ ਮੈਂ ਸਾਰੇ ਸਟੂਡੈਂਟਸ ਨੂੰ ਕਹਾ ਕਿ ਅੱਜ ਦੀ ਡੇਟ 'ਚ ਸਾਡੇ ਕੋਲ ਸਾਰੇ ਹੀ ਕਿਊਬੈਕ ਦੇ ਕਾਲਜਸ ਦੇ ਵੀਜ਼ਾ ਸਟੈਂਪ ਹੋ ਕੇ ਆ ਗਏ ਨੇ। ਆਉਣ ਵਾਲੇ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਟੈਸਟੀਮੋਨੀਅਲਸ ਤੁਸੀਂ ਦੇਖੋਗੇ ਸਾਡੇ ਇਸ ਸ਼ੋਅ ਦੇ ਦੌਰਾਨ ਵੀ ਮੈਂ ਟੀਮ ਨੂੰ ਕਹਾਂਗਾ ਕਿ 2-3-4 ਟੈਸਟੀਮੋਨੀਅਲ ਜ਼ਰੂਰ ਐਡ ਕਰਨ ਤਾਂ ਕਿ ਸਟੂਡੈਂਟਸ ਨੂੰ ਪਤਾ ਲੱਗ ਸਕੇ ਕਿ ਵੀਜ਼ਾ ਸਟੈਂਪਿੰਗ ਦੀ ਜਿਹੜੀ ਸਪੀਡ ਹੈ ਉਹ ਬਹੁਤ ਤੇਜ਼ ਹੋ ਚੁੱਕੀ ਹੈ। ਅਸੀਂ ਵੀਜ਼ਾਸ ਹੈਂਡ ਓਵਰ ਕਰ ਰਹੇ ਹਾਂ ਸਟੂਡੈਂਟਸ ਨੂੰ। ਸੋ ਕਿਊਬੈਕ ਦੇ ਅੰਦਰ ਨਾਰਮਲੀ ਸਟੂਡੈਂਟ ਫੀਸ ਨੂੰ ਲੈ ਕੇ, ਲੋ ਫੀਸ ਨੂੰ ਲੈ ਕੇ ਹੀ ਆਪਣਾ ਵੀਜ਼ਾ ਅਪਲਾਈ ਕਰਦਾ ਹੈ। ਐਂਡ ਪੰਜਾਬ ਤੋਂ ਸਾਰਾ ਸਟੂਡੈਂਟ ਡਿਪਲੋਮਾ ਹੀ ਕਰਨ ਜਾਂਦਾ ਹੈ। ਬਟ ਮੈਂ ਸਟੂਡੈਂਟਸ ਨੂੰ ਆਗਾਹ ਕਰਨਾ ਚਾਹਾਂਗਾ ਕਿ ਚੂਜ਼ ਯੋਰ ਕਾਲਜ ਵਾਈਜ਼ਲੀ, ਜਿਹੜੇ ਕਾਲਜ ਦੀ ਕੋਈ ਸਟੈਂਡਿੰਗ ਹੋਵੇ, ਜਿਹੜੇ ਕਾਲਜ ਦਾ ਇਨਫਰਾਸਟ੍ਰਕਚਰ ਚੰਗਾ ਹੋਵੇ, ਤਾਂ ਕਿ ਕੱਲ੍ਹ ਨੂੰ ਇੱਦਾਂ ਨਾ ਹੋਵੇ ਕਿ ਤੁਹਾਨੂੰ ਉੱਥੇ ਜਾ ਕੇ ਵਰਕ ਪਰਮਿਟ ਮਿਲਣ 'ਚ ਔਖ ਹੋਵੇ ਜਾਂ ਕੱਲ੍ਹ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਫੇਸ ਕਰਨਾ ਪਏ। ਸੋ ਕੁਝ ਕਾਲਜਸ ਹੈਗੇ ਜਿਹੜੇ ਤੁਸੀਂ ਚੂਜ਼ ਕਰ ਸਕਦੇ ਹੋ। ਵਨ ਇਜ਼ ਵੈਨੀਅਰ ਕਾਲਜ। ਵੈਨੀਅਰ ਕਾਲਜ ਗਵਰਨਮੈਂਟ ਕਾਲਜ ਹੈਗਾ ਫਰੋਮ ਕਿਊਬੈਕ, ਜਿਹੜਾ ਕਿ ਪੋਸਟ ਗ੍ਰੈਜੂਏਟ ਕੋਰਸਿਸ ਆਫਰ ਕਰਦਾ। ਐਂਡ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਲਸਾਲ ਕਾਲਜ ਇਜ਼ ਵੈਰੀ ਓਲਡ ਐਂਡ ਵੈਰੀ ਰਿਪਿਊਟਡ ਕਾਲਜ। ਐਂਡ ਤ੍ਰਿਬੈਸ ਕਾਲਜ ਮੌਂਟਰੀਅਲ ਇਜ਼ ਆਲਸੋ ਵੈਰੀ ਗੁੱਡ ਆਪਸ਼ਨ ਜਿਹੜੇ ਸਟੂਡੈਂਟ ਕਿਊਬੈਕ 'ਚ ਅਪਲਾਈ ਕਰਨਾ ਚਾਹੁੰਦੇ। ਰਾਈਟ।
ਜੀ ਸਰ ਡੈਫੀਨੇਟਲੀ ਕਾਫੀ ਸਾਰੇ ਆਪਸ਼ਨਸ ਤੁਸੀਂ ਸਟੂਡੈਂਟਸ ਨੂੰ ਦੱਸੇ ਨੇ। ਟਾਈਮ ਥੋੜਾ ਘੱਟ ਹੈ ਲੇਕਿਨ ਸਵਾਲ ਬਹੁਤ ਸਾਰੇ ਨੇ ਸਟੂਡੈਂਟਸ ਦੇ। ਫਟਾਫਟ ਇੱਕ ਚੀਜ਼ ਇਹ ਵੀ ਦੱਸੋ ਕਿ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ, ਕਿਉਂਕਿ ਬੜੇ ਸਾਰੇ ਸਟੂਡੈਂਟਸ ਦਾ ਗੈਪ ਹੈਗਾ, ਜਸਟੀਫਾਈਡ ਗੈਪ ਹੈਗਾ ਸੀ ਜਿਨ੍ਹਾਂ ਦੇ ਜਸਟੀਫਾਈਡ ਗੈਪ ਹੈ। ਇਹ ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ। ਨਾਰਮਲੀ ਸਟੂਡੈਂਟ ਮੈਨੂੰ ਪੁੱਛਦਾ ਕਿ ਮੇਰਾ ਗੈਪ ਹੈ, ਜੇ ਕੋਈ ਜੌਬ ਕਰ ਰਿਹਾ ਤਾਂ ਉਹਦਾ ਗੈਪ ਨਹੀਂ ਹੈਗਾ, ਉਹ ਜਸਟੀਫਾਈਡ ਗੈਪ ਹੈਗਾ। ਸਪੋਜ਼ ਕਿਸੇ ਸਟੂਡੈਂਟ ਨੇ +2 ਪਾਸ ਕੀਤੀ ਹੈ ਐਂਡ 2 ਸਾਲ ਦਾ ਗੈਪ ਇਜ਼ ਕੋਈ ਪ੍ਰੋਬਲਮ ਨਹੀਂ ਹੈ, ਕੋਈ ਸਰਟੀਫਿਕੇਟ ਲਾਉਣ ਦੀ ਲੋੜ ਨਹੀਂ ਹੈ, ਕੋਈ ਐਕਸਪੀਰੀਅੰਸ ਬਣਾਉਣ ਦੀ ਲੋੜ ਨਹੀਂ ਹੈ। 2 ਸਾਲ ਤੱਕ ਦਾ ਗੈਪ ਕਾਲਜਸ ਐਕਸੈਪਟ ਕਰਦੇ ਨੇ, 5 ਸਾਲ ਤੱਕ ਦਾ ਜਸਟੀਫਾਈਡ ਗੈਪ ਕਾਲਜਸ ਐਕਸੈਪਟ ਕਰਦੇ ਨੇ। ਇਸ ਤੋਂ ਜ਼ਿਆਦਾ ਕੁਝ ਕਾਲਜਸ 10 ਸਾਲ ਦਾ ਵੀ 15 ਸਾਲ ਦਾ ਵੀ ਜਸਟੀਫਾਈਡ ਗੈਪ ਐਕਸੈਪਟ ਕਰਦੇ ਨੇ, ਔਰ ਕੁਝ ਕਾਲਜਸ ਤਾਂ ਇਹ ਕਹਿੰਦੇ ਆ ਕਿ ਸਾਨੂੰ ਗੈਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਤੁਹਾਨੂੰ ਆਫਰ ਲੈਟਰ ਦੇ ਦਾਂਗੇ। ਸੋ ਇੱਥੇ ਵੀ ਇੱਕ ਪੁਆਇੰਟ ਹੈ, ਮੈਂ ਪ੍ਰਾਈਵੇਟ ਕਾਲਜਸ ਦੀ ਨਹੀਂ ਗੱਲ ਕਰ ਰਿਹਾ, ਮੈਂ ਸਰਕਾਰੀ ਕਾਲਜਸ ਦੀ ਗੱਲ ਕਰ ਰਿਹਾ। ਸੋ ਕਾਫੀ ਸਾਰੇ ਸਰਕਾਰੀ ਕਾਲਜਸ ਹਨ ਜਿਹੜੇ ਕਹਿੰਦੇ ਕਿ ਸਾਨੂੰ ਗੈਪ ਜਸਟੀਫਿਕੇਸ਼ਨ ਦੀ ਕੋਈ ਜ਼ਰੂਰਤ ਨਹੀਂ ਹੈ, ਅਸੀਂ ਤੁਹਾਨੂੰ ਐਕਸੈਪਟ ਕਰ ਲਾਂਗੇ ਇਫ ਯੂ ਆਰ ਐਲੀਜੀਬਲ। ਔਰ ਜਿਹੜੀ ਗੈਪ ਜਸਟੀਫਿਕੇਸ਼ਨ ਹੈ ਯੂ ਨੀਡ ਟੂ ਗਿਵ ਇਟ ਟੂ ਦ ਹਾਈ ਕਮਿਸ਼ਨ। ਸੋ ਸਟੂਡੈਂਟਸ ਗੈਪ ਇਜ਼ ਨਾਟ ਅ ਪ੍ਰੋਬਲਮ। ਸਾਡੇ ਕੋਲ ਜਿਹੜੇ ਵੀਜ਼ਾਸ ਲੱਗ ਕੇ ਆਏ ਆ 20 ਸਾਲ ਦੇ ਜੌਬ ਐਕਸਪੀਰੀਅੰਸ ਦੇ ਨਾਲ ਸਟੂਡੈਂਟਸ ਦੇ ਲੱਗ ਕੇ ਆਏ ਆ। ਸੋ ਦੈਟ ਇਜ਼ ਨਾਟ ਅ ਪ੍ਰੋਬਲਮ ਐਟ ਆਲ। ਯੂ ਕੈਨ ਅਪਲਾਈ ਫॉर योर स्टूडेंट वीज़ा at any age। मैं कहूँगा up to 40 years also you can apply your student visa to Canada। so ਅੱਜ ਦੀ ਡੇਟ 'ਚ ਕੋਵਿਡ ਦੇ ਦੌਰਾਨ ਜਿਹੜੇ ਸਟੂਡੈਂਟਸ were not eligible for student visa ਜਾਂ PR, ਸੋ ਕਾਫੀ ਸਾਰੇ ਇਦਾਂ ਦੀਆਂ ਫੈਮਿਲੀਜ਼ ਹਨ ਜਿਨ੍ਹਾਂ ਨੇ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਕੈਨੇਡਾ ਦਾ, ਔਰ ਉਹਨਾਂ ਨੂੰ ਉੱਥੇ ਜਾ ਕੇ ਆਪਣੀ ਫੈਮਿਲੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ। ਡੈਫੀਨੇਟਲੀ ਮਤਲਬ ਪੜ੍ਹਾਈ ਦੀ ਕੋਈ ਉਮਰ ਨਹੀਂ ਹੈਗੀ ਹੈ, ਇੱਛਾ ਹੋਣੀ ਚਾਹੀਦੀ ਹੈ ਤੁਹਾਡੀ, ਔਰ ਉਸ ਇੱਛਾ ਨੂੰ ਅੱਗੇ ਵਧਾਉਣ ਦੇ ਲਈ ਤੁਹਾਨੂੰ ਡਿਸੀਜਨ ਲੈਣਾ ਪਏਗਾ। ਡਿਸੀਜਨ ਲੈਣਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਆ ਕੇ ਜ਼ਰੂਰ ਪਹੁੰਚੋ। ਔਰ ਸਰ ਮੈਨੂੰ ਇੱਕ ਗੱਲ ਫਟਾਫਟ ਇਹ ਵੀ ਜ਼ਰੂਰ ਦੱਸੋ ਕਿ ਕਿੱਥੇ ਕਿੱਥੇ ਤੁਹਾਡੀ ਬ੍ਰਾਂਚਿਸ ਨੇ, ਸਟੂਡੈਂਟ ਤੁਹਾਨੂੰ ਕਿੱਥੇ ਕਿੱਥੇ ਵਿਜ਼ਿਟ ਕਰਕੇ ਗੱਲਬਾਤ ਕਰ ਸਕਦੇ ਨੇ? ਸੋ ਸਾਡੀਆਂ ਬ੍ਰਾਂਚਿਸ ਜਲੰਧਰ, ਮੋਗਾ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ, ਚੰਡੀਗੜ੍ਹ 'ਚ ਹੈਗੀ ਹੈ। ਗੁਜਰਾਤ 'ਚ ਸਾਡੀ ਵਡੋਦਰਾ 'ਚ ਬ੍ਰਾਂਚ ਹੈ ਐਂਡ ਬਹੁਤ ਜਲਦੀ ਅਸੀਂ ਬਠਿੰਡਾ 'ਚ ਆਪਣੀ ਬ੍ਰਾਂਚ ਨਵੀਂ ਓਪਨ ਕਰਨ ਵਾਲੇ ਹਾਂ। ਸੋ ਦਾ ਐਡਰੈਸ ਸਟੂਡੈਂਟਸ ਦੇ ਨਾਲ ਜਲਦ ਹੀ ਸ਼ੇਅਰ ਕਰਾਂਗੇ। ਦਿੱਲੀ 'ਚ ਸਾਡੀ ਬ੍ਰਾਂਚ ਨਾਨ ਆਪਰੇਸ਼ਨਲ ਸੀ ਬਿਕੋਜ਼ ਆਫ ਕੋਵਿਡ ਐਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਵਾਲੀ ਬ੍ਰਾਂਚ ਵੀ ਅਸੀਂ ਬਹੁਤ ਜਲਦੀ ਆਪਰੇਸ਼ਨਲ ਕਰੀਏ। ਸੋ ਸਟੂਡੈਂਟਸ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਹੈਗੇ ਹੋ, ਭਾਵੇਂ ਤੁਸੀਂ ਬੰਬੇ 'ਚ ਹੈਗੇ ਹੋ, ਸਾਡੇ ਕੋਲ ਬਹੁਤ ਸਟੂਡੈਂਟਸ ਆਨਲਾਈਨ ਵੀ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਨੇ, ਔਰ ਫੇਸ ਟੂ ਫੇਸ ਕਾਉਂਸਲਿੰਗ ਲੈਣਾ ਚਾਹਦੇ ਹੋ ਤਾਂ ਸਾਡੇ ਆਫਿਸਿਸ 'ਚ ਵਿਜ਼ਿਟ ਕਰ ਸਕਦੇ ਹੋ। ਡੈਫੀਨੇਟਲੀ ਐਂਡ ਥੈਂਕ ਯੂ ਸੋ ਮਚ ਸਰ, ਤੁਸੀਂ ਸਾਡੇ ਨਾਲ ਜੁੜੇ ਅੱਜ ਆਪਣਾ ਕੀਮਤੀ ਟਾਈਮ ਕਰਕੇ। ਇਸ ਦੇ ਨਾਲ ਵੇਲਾ ਤੁਹਾਨੂੰ ਛੱਡ ਕੇ ਜਾਣ ਦਾ, ਲੇਕਿਨ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗੀ ਉਹਨਾਂ ਸਟੂਡੈਂਟਸ ਦੀ ਜ਼ੁਬਾਨੀ ਉਹਨਾਂ ਦੀ ਕਹਾਣੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਵੀਰ ਸਿੰਘ ਜੀ ਆ ਚੁੱਕੇ ਨੇ ਜਿਨ੍ਹਾਂ ਦਾ ਤਰਨਤਾਰਨ ਦੇ ਰਹਿਣ ਵਾਲੇ ਨੇ, ਪੰਜਾਬ ਦੇ। ਸੋ ਫਾਈਨਲੀ ਕੈਨੇਡਾ ਦਾ ਵੀਜ਼ਾ ਸਟੈਂਪ ਹੋ ਕੇ ਆ ਚੁੱਕਿਆ। ਸੋ ਸਭ ਤੋਂ ਪਹਿਲਾਂ ਤਾਂ ਹਰਬੀਰ ਕੰਗ੍ਰੈਚੁਲੇਸ਼ਨਸ। ਸੋ ਗੱਲਬਾਤ ਕਰਾਂਗੇ ਕਿਹੜੇ ਕਾਲਜ ਵਿੱਚ ਜਾ ਰਹੇ ਹੋ, ਕਿਹੜੇ ਪ੍ਰੋਗਰਾਮ ਦੇ ਲਈ? ਮੈਂ ਸਰ ਲਾਈਗਰਾ ਕਾਲਜ ਜਾ ਰਿਹਾ ਹਾਂ, ਬੇਕਿੰਗ ਐਂਡ ਪੇਸਟਰੀ ਆਰਟਸ ਦੇ ਕੋਰਸ। ਓਕੇ, ਤੇ ਤੁਹਾਡੀ ਇੰਡੀਆ ਦੇ ਵਿੱਚ ਕੀ ਕੁਆਲੀਫਿਕੇਸ਼ਨ ਸੀ ਹਰਬੀਰ? ਮੇਰੀ ਸਰ 2019 ਦੇ ਵਿੱਚ +2 ਸੀ, ਸਟਰੀਮ ਦੇ ਵਿੱਚ 80% ਮਾਰਕਸ ਸੀ। ਓਕੇ, ਦੈਟਸ ਗੁੱਡ। ਔਰ ਆਈਲੈਟਸ ਸਕੋਰ ਕੀ ਸੀਗਾ ਤੁਹਾਡਾ? ਓਵਰਆਲ 6.5 ਵਿਦ ਨਾਟ ਲੈਸ ਦੈਨ 5.5। ਅੱਛਾ, ਇੱਕ 'ਚ 5.5 ਸੀਗੇ। ਜੀ ਸਰ। ਔਰ ਕੋਈ ਡਰ ਤਾਂ ਨਹੀਂ ਸੀ ਇੱਕ 'ਚ 5.5? ਕਿਉਂਕਿ ਮਾਰਕੀਟ 'ਚ ਬਹੁਤ ਰਿਊਮਰ ਹੈਗਾ ਇਦਾਂ ਦਾ ਕਿ ਜੀ ਸਰ ਡਰਦੇ ਸੀ, ਲੇਕਿਨ ਡਰਦੇ ਟਰਸਟ ਵੀ ਸੀ। ਟਰਸਟ ਵੀ ਸੀਗਾ, ਲੈਂਡਮਾਰਕ ਇਮੀਗ੍ਰੇਸ਼ਨ ਨਾਲ ਨਾਲ ਡਰ ਵੀ ਬੜਿਆ ਸੀ, ਬਟ ਫਾਈਨਲੀ ਟਰਸਟ ਕੰਮ ਆ ਗਿਆ, ਡਰ ਨਿਕਲ ਗਿਆ। ਹੁਣ ਫਾਈਨਲੀ ਵੀਜ਼ਾ ਹਰਬੀਰ ਦੇ ਹੱਥ ਵਿੱਚ ਹੈ। ਸੋ ਕੀ ਪਲੈਨਿੰਗ ਕਰ ਰਹੇ, ਕਦੋਂ ਫਲਾਈ ਕਰ ਰਹੇ ਹੋ? ਸਰ ਫਲਾਈਂਗ ਜਦ ਕਾਲਜ ਵੱਲੋਂ ਆ ਜਾਏਗਾ। ਅੱਛਾ, ਕੁਆਰੰਟਾਈਨ ਪਲਾਨ ਦਾ ਸਿਸਟਮ ਸਰ ਆ ਜਾਏਗਾ, ਫਿਰ ਤੁਸੀਂ ਟਰੈਵਲ ਕਰੋਗੇ। ਔਰ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਕਿੱਦਾਂ ਪਤਾ ਲੱਗਿਆ ਸੀਗਾ ਓਵਰਆਲ? ਦੇਖੋ ਮੈਂ ਤਰਨਤਾਰਨ ਦਾ, ਤੇ ਮੈਨੂੰ ਲੱਗਦਾ ਅੰਮ੍ਰਿਤਸਰ, ਤੁਸੀਂ ਅੰਮ੍ਰਿਤਸਰ ਬ੍ਰਾਂਚ ਅਪਲਾਈ ਕੀਤਾ ਸੀ? ਜੀ ਸਰ। ਸੋ ਓਕੇ, ਤੁਸੀਂ ਵੀ ਅਗਰ ਕਿਤੇ ਉਸ ਸਾਈਡ ਤੋਂ ਤਰਨਤਾਰਨ, ਗੁਰਦਾਸਪੁਰ ਤੇ ਤੁਸੀਂ ਅੰਮ੍ਰਿਤਸਰ ਬ੍ਰਾਂਚ ਲੈਂਡਮਾਰਕ ਇਮੀਗ੍ਰੇਸ਼ਨ ਦੀ ਵਿਜ਼ਿਟ ਕਰ ਸਕਦੇ ਹੋ। ਰਣਜੀਤ ਐਵਨਿਊ ਦੇ ਵਿੱਚ SCO 52 ਪੁਸ਼ਪਾ ਟਾਵਰ 2nd ਫਲੋਰ ਦੇ ਉੱਤੇ ਹੈ, ਬਿਲਕੁਲ ਬੈਕ ਸਾਈਡ ਦੇ ਉੱਤੇ ਜੀ। ਜਿਹੜਾ ਬੈਸਟ ਵੈਸਟਰਨ ਹੋਟਲ ਹੈਗਾ ਉਹਦੇ ਬਿਲਕੁਲ ਬੈਕ ਤੇ ਹੀ ਬਿਲਡਿੰਗ ਹੈਗੀ ਹੈ। ਸੋ ਉੱਥੇ ਲੈਂਡਮਾਰਕ ਇਮੀਗ੍ਰੇਸ਼ਨ ਅਵੇਲੇਬਲ ਹੈਗਾ। ਕਿਵੇਂ ਲੱਭਿਆ ਸੀਗਾ ਲੈਂਡਮਾਰਕ ਇਮੀਗ੍ਰੇਸ਼ਨ? ਮਤਲਬ ਫਾਈਨਲੀ ਇਹ ਕਿੱਦਾਂ ਬਣਾਇਆ ਸੀ ਪਲਾਨ ਕਿ ਅਪਲਾਈ ਕਰਨਾ ਹੈ? ਜੀ ਸਰ, ਇੱਕ ਤੇ ਸਾਡੇ ਕਾਫੀ ਰਿਲੇਟਿਵਸ ਦਾ ਵੀਜ਼ਾ ਆਇਆ ਸੀ ਤੁਹਾਡੇ ਕੋਲ। ਅੱਛਾ, ਤਾਂ ਕਰਕੇ ਉਹਨੇ ਕਿਹਾ ਵੀ ਸਾਰਾ ਤੁਹਾਡੀ ਟ੍ਰਾਂਸਪੇਰੈਂਸੀ ਦਾ ਬਹੁਤ ਹੀ ਖਿਆਲ ਰੱਖਦੇ ਵੀ ਸਾਰਾ ਬਿਲਕੁਲ ਜੈਨੂਇਨ ਤੁਹਾਨੂੰ ਐਡਵਾਈਸ ਕਰ ਰਹੇ। ਓਕੇ ਓਕੇ ਓਕੇ, ਆਲਰੇਡੀ ਰਿਲੇਟਿਵਸ ਦਾ ਵੀਜ਼ਾ ਲੱਗਿਆ ਹੋਇਆ। ਉਹ ਸਾਡਾ ਮੋਟੋ ਹੀ ਇਹੀ ਹੈ ਜੀ, 100% ਟ੍ਰਾਂਸਪੇਰੈਂਸੀ ਔਰ 100% ਜੈਨੂਇਨਸੀ। ਜੈਨੂਇਨ ਹੋਣਾ ਚਾਹੀਦਾ, ਟ੍ਰਾਂਸਪੇਰੈਂਟ ਹੋਣਾ ਚਾਹੀਦਾ, ਤੇ ਕੰਮ ਵਧੀਆ ਆਪੇ ਹੋ ਜਾਂਦਾ। ਸੋ ਹਰਬੀਰ, ਮੈਂ ਤਾਂ ਇਹੀ ਕਹੂੰਗਾ ਬੈਸਟ ਆਫ ਲੱਕ ਫॉर ਯੂਰ ਫਿਊਚਰ। ਐਂਡ ਪੂਰੀ ਲੈਂਡਮਾਰਕ ਇਮੀਗ੍ਰੇਸ਼ਨ ਦੀ ਇੰਟਾਇਰ ਟੀਮ ਇਹੀ ਸੋਚਦੀ ਹੈ ਕਿ ਜੋ ਤੁਸੀਂ ਸੁਪਨੇ ਲੈ ਕੇ ਬਾਹਰ ਜਾ ਰਹੇ ਹੋ ਪੂਰੇ ਹੋਣ ਜਲਦੀ ਤੋਂ ਜਲਦੀ। ਸੋ ਥੈਂਕ ਯੂ ਵੈਰੀ ਮਚ।